ਪਾਪੀ ਵਿਕਾਰੀ ਕਲਯੁਗੀ ਜੀਵਾਂ ਤੇ ਤਰਸ ਕਰਕੇ ਅੰਮ੍ਰਿਤਮਈ ਉਪਦੇਸ਼ ਦਰਗਾਹੀ ਫਰਮਾਨ ਸਾਡੇ ਸੰਸਾਰਕ ਜੀਵਾਂ ਦੇ ਭਲੇ ਵਾਸਤੇ ਸਤਿਗੁਰਾਂ ਨੇ ਬਖਸ਼ਿਆ ਹੈ। ਸੋ ਆਪ ਸਰਬੱਤ ਸੰਗਤਾਂ ਨੇ ਗੁਰ ਉਪਦੇਸ਼ ਗੁਰੂ ਕੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠ ਕੇ ਬੜੇ ਪਿਆਰ ਟਿਕਾਊ ਦੇ ਨਾਲ ਸਰਵਣ ਕੀਤਾ ਹੈ ਜੀ। ਸੋ ਆਓ ਮਨੋ ਬਿਰਤੀਆਂ ਕਰੀਏ ਇਕਾਗਰ, ਸੁਰਤੀਆਂ ਗੁਰੂ ਚਰਨਾਂ ਵਿੱਚ ਕੇਂਦਰਿਤ ਕਰੀਏ, ਗੁਰ ਉਪਦੇਸ਼ ਵਿਚਾਰੀਏ ਸਮਝੀਏ, ਜੀਵਨ ਵਿੱਚ ਲਾਗੂ ਕਰੀਏ ਜੀ। ਸੋ ਅੱਜ ਦਾ ਪਾਵਨ ਪਵਿੱਤਰ ਫਰਮਾਨ ਧਨਾਸਰੀ ਰਾਗ ਦੇ ਅੰਦਰ ਮਹੱਲਾ ਪੰਜਵਾਂ, ਭਾਵ ਪੰਚਮ ਗੁਰਦੇਵ ਪੰਚਮ ਸ਼ਹਿਨਸ਼ਾਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਪਾਵਨ ਪਵਿੱਤਰ ਮਖਾਰ ਬਿੰਦ ਚੋਂ ਬਖਸ਼ਿਆ ਪਾਵਨ ਉਪਦੇਸ਼ ਬਖਸ਼ ਕੀਤਾ ਹੈ। ਤੋ ਸਤਿਗੁਰਾਂ ਨੇ ਇਸ ਹੁਕਮ ਨੂੰ 679 ਅੰਕ ਤੇ ਸੁਭਾਏਮਾਨ ਕੀਤਾ ਹੈ ਕਿ ਰਹਿਮਤ ਸਾਡੀ ਝੋਲੀ ਵਿੱਚ ਪਾ ਰਹੇ ਨੇ। ਆਓ ਭਾਵਨਾ ਪਿਆਰ ਦੇ ਨਾਲ ਸਮਝੀਏ ਜੀ। ਦਰਬਵੰਤ ਦਰਬ ਦੇਖ ਗਰਬੈ ਭੂਮਵੰਤ ਅਭਿਮਾਨੀ। ਪਾਤਸ਼ਾਹ ਜੀ ਅੰਮ੍ਰਿਤ ਬਾਣੀ ਦੁਆਰਾ ਸਮਝਾ ਰਹੇ ਨੇ ਬੰਦੇ ਨੂੰ ਸੰਸਾਰਕ ਪਦਾਰਥਾਂ ਦਾ ਬੜਾ ਗੁਮਾਨ ਹੈ। ਬੰਦਾ ਆਪਣੇ ਧੀਆਂ ਪੁੱਤਰ ਸੰਸਾਰਕ ਪਦਾਰਥ ਵੇਖ ਕੇ ਬੜਾ ਗਰਭ ਦੇ ਵਿੱਚ ਆਉਂਦਾ ਹੈ। ਗਰਭ ਤੋਂ ਭਾਵ ਅਹੰਕਾਰ, ਗਰਭ ਤੋਂ ਭਾਵ ਅਹੰਕਾਰ ਵੀ ਭਾਗਾਂ ਵਾਲਿਓ ਤਾਂ ਆਉਂਦਾ ਹੈ ਜਦੋਂ ਬੰਦੇ ਨੇ ਰੱਬ ਨੂੰ ਭੁਲਾ ਦਿੱਤਾ। ਬੰਦਾ ਕਹਿੰਦਾ ਹੈ ਮੇਰੇ ਕੋਲ ਆਹ ਪਦਾਰਥ ਨੇ, ਆਹ ਪਦਾਰਥ ਨੇ, ਆਹ ਸੁੱਖ ਸਹੂਲਤਾਂ ਨੇ। ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ ਸੱਜਣਾ ਚੇਤਾ ਰੱਖੀ ਦਾਤੇ ਦੀਆਂ ਬਖਸ਼ੀਆਂ ਦਾਤਾਂ ਨੇ। ਤੇਰੇ ਤੋਂ ਪਹਿਲੋਂ ਇੱਥੇ ਕਈ ਆਏ, ਕਈ ਚਲੇ ਗਏ, ਪਰ ਬੰਦੇ ਨੇ ਗੁਰਮੁਖੋ ਗੁਮਾਨ ਫਿਰ ਵੀ ਨਹੀਂ ਛੱਡਿਆ। ਬੰਦੇ ਨੇ ਆਪਣੀ ਚੰਚਲਤਾਈ, ਆਪਣਾ ਅਹੰਕਾਰ ਨਹੀਂ ਛੱਡਿਆ। ਬੰਦਾ ਸਮਝਦਾ ਹੈ ਸ਼ਾਇਦ ਮੈਂ ਸਦੀਵੀ ਦੁਨੀਆ ਤੇ ਰਹਿਣਾ ਹੈ, ਪਰ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ ਐ ਬੰਦੇ ਤੇਰਾ ਭੁਲੇਖਾ ਹੈ। ਅਗਲੀ ਬਾਤ ਅੰਦਰ ਸਤਿਗੁਰਾਂ ਕਿਹਾ ਭੂਮਵੰਤ ਅਭਿਮਾਨੀ। ਕਿਸੇ ਨੂੰ ਆਪਣੀ ਜ਼ਮੀਨ ਜਾਇਦਾਦ ਦਾ ਵੱਡਾ ਅਭਿਮਾਨ ਹੈ। ਭੂਮ ਤੋਂ ਭਾਵ ਜ਼ਮੀਨ ਧਰਤੀ। ਕਿਸੇ ਨੂੰ ਆਪਣੀ ਜ਼ਮੀਨ ਜਾਇਦਾਦ ਦਾ ਬੜਾ ਅਭਿਮਾਨ ਹੈ। ਅਭਿਮਾਨੀ ਅਭਿਮਾਨ ਦੇ ਵਿੱਚ ਚੌੜਾ ਹੋਇਆ ਫਿਰਦਾ ਹੈ। ਮੇਰੇ ਕੋਲ ਪ੍ਰਾਪਰਟੀ ਬੜੀ ਹੈ, ਜ਼ਮੀਨ ਜਾਇਦਾਦ ਬੜੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਗੁਰਮੁਖੋ ਜਾ ਕੇ ਕਰਤਾਰ ਨਗਰ ਵਸਾਇਆ, ਕਰਤਾਰਪੁਰ ਨਗਰ ਵਸਾਇਆ ਜੋ ਅੱਜ ਕੱਲ ਪਾਕਿਸਤਾਨ ਦੇ ਵਿੱਚ ਸਥਿਤ ਹੈ। ਸਤਿਗੁਰੂ ਜੀ ਕੱਲ ਵੀ ਆਪਾਂ ਇਸੇ ਵਿਸ਼ੇ ਤੇ ਵਿਚਾਰ ਕੀਤੀ ਸੀ। 18 ਸਾਲ ਪਾਤਸ਼ਾਹ ਜੀ ਇਸ ਨਗਰ ਦੇ ਵਿੱਚ ਰਹੇ ਤੇ ਜਿਸ ਜ਼ਮੀਨ ਤੇ ਗੁਰੂ ਪਾਤਸ਼ਾਹ ਜੀ ਜਾ ਕੇ ਬੈਠੇ ਸਨ ਉਹ ਜ਼ਮੀਨ ਦੋਦੇ ਚੌਧਰੀ ਦੀ ਸੀ। ਗੁਰਮੁਖੋ ਜਦ ਸਤਿਗੁਰੂ ਜੀ ਪਹਿਲੀ ਵਾਰ ਇਸ ਜਗ੍ਹਾ ਤੇ ਦਰਖਤ ਦੇ ਥੱਲੇ ਜਾ ਕੇ ਬੈਠੇ, ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਕੀਤਾ। ਮਰਦਾਨੇ ਨੂੰ ਕਿਹਾ ਮਰਦਾਨਿਆ ਰਵਾਬ ਸੇੜ, ਕਰਤਾਰ ਦੀ ਸਿਫਤੋ ਸਲਾਹ ਬਾਣੀ ਆਈ ਹੈ। ਗੁਰਮੁਖੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਐਸਾ ਅਲਾਪ ਲਾਇਆ ਜੋ ਨੇੜੇ ਕੰਮ ਕਰਦੇ ਕਿਸਾਨ ਸਨ, ਖੇਤਾਂ ਵਿੱਚ ਕੰਮ ਕਰ ਰਹੇ ਸਨ। ਸਾਰੇ ਕਿਸਾਨ ਮਜ਼ਦੂਰ ਸਤਿਗੁਰਾਂ ਦੇ ਨਜ਼ਦੀਕ ਆ ਕੇ ਖੜੇ ਹੋ ਗਏ। ਗੁਰਮੁਖੋ ਜੋ ਆਸੇ ਪਾਸੇ ਪੰਛੀ ਜਾਨਵਰ ਸਨ ਉਹ ਵੀ ਇਤਨੇ ਮੋਹਿਤ ਹੋਏ, ਸਤਿਗੁਰਾਂ ਦੇ ਨਜ਼ਦੀਕ ਆ ਗਏ। ਜਦੋਂ ਨਜ਼ਦੀਕ ਆਏ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਕੀਰਤਨ ਸੁਣਿਆ। ਸਮਾਪਤੀ ਹੋਈ। ਇਸੇ ਤਰ੍ਹਾਂ ਗੁਰਮੁਖੋ ਸਤਿਗੁਰਾਂ ਦੀ ਚਰਚਾ, ਆਗਮਨ ਦੀ, ਆਉਣ ਦੀ ਚਰਚਾ ਆਸੇ ਪਾਸੇ ਨੇੜੇ ਨੇੜੇ ਨਗਰਾਂ ਦੇ ਵਿੱਚ ਹੋਈ। ਸੰਗਤਾਂ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ, ਗੁਰੂ ਕੇ ਦਰਸ਼ਨ ਕਰਨ ਵਾਸਤੇ ਹਰ ਰੋਜ਼ ਆਉਂਦੀਆਂ ਨੇ। ਜੋ ਇਹ ਚੌਧਰੀ ਹੈ ਇਸ ਦੇ ਘਰ ਵਾਲੀ ਵੀ ਹਰ ਰੋਜ਼ ਸਤਿਗੁਰਾਂ ਦੇ ਵਾਸਤੇ
ਦੁੱਧ ਗਰਮ ਕਰਕੇ ਲਿਆਉਂਦੀ ਹੈ। ਗੁਰਮੁਖੋ ਸਤਿਗੁਰਾਂ ਨੂੰ ਹਰ ਰੋਜ਼ ਮਿੱਠਾ ਦੁੱਧ ਛਕਾਉਂਦੀ ਹੈ। ਸਤਿਗੁਰੂ ਜੀ ਬੜੇ ਪਿਆਰ ਦੇ ਨਾਲ ਉਹ ਸਮੁੰਦਰ ਉਹ ਦੁੱਧ ਛਕਦੇ ਨੇ। ਸੰਗਤਾਂ ਸਤਿਗੁਰਾਂ ਦੇ ਦੀਦਾਰ ਕਰਨ ਆਉਂਦੀਆਂ ਨੇ। ਜੋ ਦੋਦੇ ਚੌਧਰੀ ਦੇ ਘਰ ਵਾਲੇ ਚੌਧਰੀ ਨੂੰ ਕਹਿਣ ਲੱਗੇ, ਸੰਗਤਾਂ ਬੜਾ ਇਕੱਠ ਗੁਰੂ ਕੇ ਚਰਨਾਂ ਵਿੱਚ ਹੁੰਦਾ ਹੈ, ਤੁਸੀਂ ਵੀ ਚੱਲੋ, ਲਾਹਾ ਲਓ, ਗੁਰੂ ਕੀ ਸੰਗਤ ਕਰੋ। ਗੁਰਮੁਖੋ ਜਦੋਂ ਸਮਾਪਤੀ ਹੋਏ, ਇਹ ਬੰਦਾ ਅਹੰਕਾਰੀਆਂ ਦੇ ਵਾਂਗੂ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ ਤੇ ਸਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਦੋਂ ਆਇਆ ਜਦੋਂ ਦੀਵਾਨ ਦੀ ਸਾਰੀ ਸਮਾਪਤੀ ਹੋ ਗਈ। ਸੰਗਤਾਂ ਜਾ ਰਹੀਆਂ ਸਨ, ਗੁਰਮੁਖੋ ਇਕੱਲਾ ਆਇਆ। ਗੁਰੂ ਨੂੰ ਅਹੰਕਾਰ ਦੇ ਵਿੱਚ ਚੰਗੀ ਤਰ੍ਹਾਂ ਨਮਸਕਾਰ ਵੀ ਨਹੀਂ ਕੀਤੀ। ਗੋਡੇ ਨੂੰ ਗੁਰੂ ਪਾਤਸ਼ਾਹ ਜੀ ਦੇ ਹੱਥ ਲਾਇਆ। ਗੁਰਮੁਖੋ ਪਾਤਸ਼ਾਹ ਜੀ ਦੇ ਗੋਡੇ ਨੂੰ ਹੱਥ ਲਾ ਕੇ ਕਹਿਣ ਲੱਗਾ, ਮਹਾਂਪੁਰਸ਼ੋ ਕਿਰਪਾ ਕਰੋ। ਗੁਰਮੁਖੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠ ਗਿਆ। ਪਾਤਸ਼ਾਹ ਜੀ ਨੇ ਭਾਫ ਲਿਆ, ਕਿਉਂਕਿ ਅੰਤਰਜਾਮੀ ਪੁਰਖ ਵਿਧਾਤੇ ਗੁਰੂ ਅੰਦਰ ਦੀਆਂ ਜਾਣਨ ਵਾਲਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਮਹਾਰਾਜ ਜਾਣਦੇ ਸਨ ਇਸ ਨੂੰ ਜ਼ਮੀਨ ਜਾਇਦਾਦ ਭੂਮੀ ਦਾ ਅਹੰਕਾਰ ਬੜਾ ਹੈ, ਮਾਨ ਬੜਾ ਹੈ। ਮੈਂ ਧਨਾਟ ਹਾਂ, ਮੇਰੇ ਕੋਲ ਜ਼ਮੀਨ ਜਾਇਦਾਦ ਬਹੁਤ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਗੁਰਮੁਖੋ ਫਿਰ ਅਹੰਕਾਰ ਦੇ ਵਿੱਚ ਬੋਲਿਆ, ਕਹਿਣ ਲੱਗਾ, ਤੁਸੀਂ ਜਿਸ ਜ਼ਮੀਨ ਤੇ ਬੈਠੇ ਹੋ ਤੁਹਾਨੂੰ ਪਤਾ ਹੈ ਕਿਸ ਦੀ ਜ਼ਮੀਨ ਹੈ? ਗੁਰੂ ਨਾਨਕ ਪਾਤਸ਼ਾਹ ਜੀ ਗੁਰਮੁਖੋ ਮੁਸਕਰਾਏ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਜੋ ਤੁਸੀਂ ਹਰ ਰੋਜ਼ ਦੁੱਧ ਛਕਦੇ ਹੋ ਪਤਾ ਹੈ ਕਿਸ ਦੇ ਘਰ ਤੋਂ ਆਉਂਦਾ ਹੈ? ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਭਲਿਆ ਤੂੰ ਦੱਸ ਦੇ। ਕਹਿਣ ਲੱਗਾ, ਜੋ ਦੁੱਧ ਆਉਂਦਾ ਹੈ ਇਹ ਮੇਰੇ ਘਰ ਵਾਲੀ ਲਿਆਉਂਦੀ ਹੈ। ਜਿਸ ਜ਼ਮੀਨ ਤੇ ਤੁਸੀਂ ਬੈਠੇ ਹੋ ਇਹ ਜ਼ਮੀਨ ਮੇਰੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਇਸ ਨੂੰ ਸਵਾਲ ਕੀਤੇ, ਕਹਿਣ ਲੱਗੇ, ਇਹ ਜ਼ਮੀਨ ਕਿੱਥੋਂ ਆਈ? ਪਹਿਲੀ ਗੱਲ ਇਹ ਦੱਸ, ਇਹ ਦੁੱਧ ਕਿੱਥੋਂ ਆਇਆ? ਕਹਿਣ ਲੱਗਾ, ਮਹਾਰਾਜ ਜ਼ਮੀਨ ਜੈ ਇਸ ਜ਼ਮੀਨ ਦੇ ਵਿੱਚ ਫਸਲ ਬੀਜੀ ਸੀ, ਫਸਲ ਵੇਚੀ। ਫਸਲ ਵੇਚਣ ਤੋਂ ਬਾਅਦ ਕਹਿਣ ਲੱਗਾ, ਮੈਂ ਪਸ਼ੂ ਖਰੀਦੇ, ਉਹਨਾਂ ਪਸ਼ੂਆਂ ਦਾ ਦੁੱਧ ਆਇਆ। ਮਹਾਰਾਜ ਕਹਿਣ ਲੱਗੇ, ਦੁੱਧ ਕਿੱਥੋਂ ਆਇਆ? ਕਹਿਣ ਲੱਗੇ, ਮੇਰੇ ਕੋਲ ਪਸ਼ੂ ਨੇ, ਮੱਝਾਂ ਗਾਵਾਂ ਨੇ, ਉਹਨਾਂ ਦਾ ਦੁੱਧ ਹੈ। ਤੇ ਪਾਤਸ਼ਾਹ ਜੀ ਕਹਿਣ ਲੱਗੇ, ਕਿੱਥੋਂ ਖਰੀਦੇ? ਕਹਿਣ ਲੱਗੇ, ਜ਼ਮੀਨ ਦੇ ਵਿੱਚ ਫਸਲ ਬੀਜੀ, ਫਸਲ ਵੇਚੀ, ਤਾਂ ਕਰਕੇ ਪੈਸੇ ਆਏ ਤੇ ਮੈਂ ਉਹਨਾਂ ਦੇ ਇਹ ਜਾਨਵਰ ਖਰੀਦੇ। ਪਾਤਸ਼ਾਹ ਜੀ ਕਹਿਣ ਲੱਗੇ, ਜ਼ਮੀਨ ਕਿੱਥੋਂ ਆਈ? ਫਸਲ ਕਿੱਥੋਂ ਆਈ? ਕਹਿਣ ਲੱਗਾ, ਇਸ ਜ਼ਮੀਨ ਦੇ ਵਿੱਚ ਬੀਜੇ। ਕਹਿਣ ਲੱਗੇ, ਫਿਰ ਇਹ ਜ਼ਮੀਨ ਕਿਸ ਦੀ ਹੈ? ਕਹਿੰਦਾ, ਜੀ ਮੇਰੀ ਹੈ। ਮਹਾਰਾਜ ਕਹਿਣ ਲੱਗੇ, ਉਸ ਤੋਂ ਪਹਿਲੋਂ ਕਿਹਦੀ ਸੀ? ਕਹਿੰਦਾ, ਜੀ ਮੇਰੇ ਬਾਪ ਦਾਦਿਆਂ ਦੀ ਸੀ। ਮਹਾਰਾਜ ਕਹਿਣ ਲੱਗੇ, ਉਸ ਤੋਂ ਪਹਿਲੋਂ ਕਿਹਦੀ ਸੀ? ਕਹਿਣ ਲੱਗਾ, ਜੀ ਉਸ ਤੋਂ ਪਹਿਲੋਂ ਮੇਰੇ ਵੱਡ ਵਡੇਰਿਆਂ ਦੀ ਸੀ। ਮਹਾਰਾਜ ਕਹਿਣ ਲੱਗੇ, ਉਸ ਤੋਂ ਪਹਿਲਾਂ ਕਿਹਦੀ ਸੀ? ਕਹਿੰਦਾ, ਜੀ ਜਦੋਂ ਦੁਨੀਆ ਨਹੀਂ ਸੀ, ਧਰਤੀ ਤੇ ਮਨੁੱਖ ਨਹੀਂ ਆਇਆ ਸੀ, ਕਿਸ ਦੀ ਸੀ? ਕਹਿੰਦਾ, ਜੀ ਕਰਤਾਰ ਦੀ ਸੀ, ਰੱਬ ਦੀ ਸੀ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਫਿਰ ਤੂੰ ਫੋਕਾ ਹੀ ਗੁਮਾਨ ਕਰੀ ਜਾ ਰਿਹਾ ਹੈ। ਜ਼ਮੀਨ ਜਾਇਦਾਦ ਰੱਬ ਦੀ, ਕਰਤਾਰ ਦੀ, ਉਸ ਦੀ। ਕਹਿਣ ਲੱਗੇ, ਤੂੰ ਫੋਕਾ ਗੁਮਾਨ ਕਰੀ ਜਾ ਰਿਹਾ ਹੈ, ਆ ਜ਼ਮੀਨ ਮੇਰੀ, ਆ ਸਭ ਕੁਝ ਮੇਰਾ। ਕਹਿਣ ਲੱਗੇ, ਤੂੰ ਤੇ ਆਪਣੇ ਆਪ ਨੂੰ ਪੈਦਾ ਨਹੀਂ ਕਰ ਸਕਿਆ, ਜ਼ਮੀਨ ਪੈਦਾ ਕਿੱਥੋਂ ਕਰ ਲਵੇਂਗਾ? ਆਪਣੇ ਆਪ ਨੂੰ ਤੈਨੂੰ ਪੈਦਾ ਕੋਈ ਕਰਨ ਵਾਲਾ ਕੋਈ ਹੋਰ ਹੈ। ਇਸੇ ਤਰ੍ਹਾਂ ਜ਼ਮੀਨ ਜਾਇਦਾਦ ਦਾ ਮਾਲਕ, ਇਸ ਧਰਤੀ ਦਾ ਮਾਲਕ, ਖੰਡਾਂ ਬ੍ਰਹਿਮੰਡਾਂ ਦਾ ਮਾਲਕ ਕੋਈ ਹੋਰ ਹੈ। ਸਤਿਗੁਰਾਂ ਦੇ ਚਰਨਾਂ ਦੇ ਢਹਿ ਪਿਆ ਕਹਿਣ ਲੱਗਾ, ਮਹਾਰਾਜ ਇਹ ਜ਼ਮੀਨ ਦੇ ਉੱਪਰ ਤੁਸੀਂ ਨਗਰ ਵਸਾਓ, ਨਾਨਕਪੁਰਾ ਵਸਾਓ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਨਹੀਂ, ਜੋ ਤੂੰ ਪਹਿਲਾਂ ਕਿਹਾ ਸੀ ਇਹ ਜ਼ਮੀਨ ਕਰਤਾਰ ਦੀ ਹੈ, ਇਸ ਜ਼ਮੀਨ ਤੇ ਕਰਤਾਰਪੁਰ ਵਸੇਗਾ। ਸਤਿਗੁਰਾਂ ਨੇ ਉਸ ਵਕਤ ਬਚਨ ਕਹੇ, ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਕਹਿਣ ਲੱਗੇ, ਇੱਥੇ ਕਰਤਾਰਪੁਰ ਵਸੇਗਾ ਤੇ ਕਰਤਾਰ ਦੀ ਸਿਫਤੋ ਸਲਾਹ ਹੋਵੇਗੀ। ਸਤਿਗੁਰੂ ਜੀ ਬੜਾ ਲੰਮਾ ਸਮਾਂ ਇੱਥੇ ਰਹੇ, ਪ੍ਰਚਾਰ ਕੀਤਾ, ਕਰਤਾਰ ਦੀ ਸਿਫਤੋ ਸਲਾਹ ਕੀਤੀ। ਇਸ ਲਈ ਭਾਗਾਂ ਵਾਲਿਓ, ਸੰਸਾਰਕ ਵਸਤੂਆਂ ਦਾ ਕਦੀ ਗੁਮਾਨ ਨਾ ਕਰੀਏ, ਕਿਉਂਕਿ ਸਾਡੇ ਤੋਂ ਪਹਿਲੋਂ ਵੀ ਬੜੇ ਦਾਅਵੇ ਕਰਦੇ ਸਨ, ਉਹ ਵੀ ਇੱਥੇ ਹੀ ਛੱਡ ਕੇ ਚਲੇ ਗਏ।
ਜ਼ਮੀਨ ਜਾਇਦਾਦ ਘਰ ਉਸੇ ਜਗ੍ਹਾ ਖੜਾ ਹੈ, ਦਾਅਵੇ ਕਰਨ ਵਾਲੇ ਅੱਜ ਦਿਸਦੇ ਨਹੀਂ। ਇਸ ਲਈ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸਾਨੂੰ ਸਮਝਾ ਰਹੀ ਹੈ, ਗੁਰੂ ਕਾ ਦਸਵੰਧ ਕੱਢਣਾ ਕਦੀ ਨਾ ਭੁੱਲੀ, ਗਰੀਬ ਲੋੜਵੰਦ ਦੀ ਮਦਦ ਕਰਨੀ ਕਦੀ ਨਾ ਭੁੱਲੀ। ਆਖਰ ਦੇ ਵਿੱਚ ਕੰਮ ਇਹੀ ਆਉਣਾ ਹੈ, ਕਿਉਂਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸੱਚ ਦੇ ਰਸਤੇ ਤੇ ਚੱਲਿਆ ਹੀ ਗੁਰਮੁਖੋ ਤੇਰੇ ਕੰਮ ਆਉਣਾ ਹੈ। ਰੱਬ ਜੀ ਦੀ ਸਿਫਤੋ ਸਲਾਹ ਕੀਤੀ, ਰੱਬ ਜੀ ਦੀ ਦਰਗਾਹ ਦੇ ਵਿੱਚ ਕੰਮ ਆਉਣੀ ਹੈ। ਨਾ ਜ਼ਮੀਨ ਨੇ ਕੰਮ ਆਉਣਾ ਹੈ, ਨਾ ਧੀਆਂ ਪੁੱਤਰਾਂ ਨੇ ਕੰਮ ਆਉਣਾ ਹੈ, ਨਾ ਸੰਸਾਰਿਕ ਪਦਾਰਥਾਂ ਨੇ ਕੰਮ ਆਉਣਾ ਹੈ। ਕੰਮ ਆਵੇਗਾ ਤੇ ਰੱਬ ਜੀ ਦਾ ਨਾਮ ਨਾਲ ਜਾਵੇਗਾ। ਰੱਬ ਜੀ ਦਾ ਨਾਮ ਸੱਜਣ ਸੇ ਨਾਲ ਮੈਂ, ਚਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਐ, ਤਿੱਥੇ ਖੜੇ ਦਿਸਨ ਜਿੱਥੇ ਲੇਖਾ ਹੋਵੇਗਾ, ਉੱਥੇ ਗੁਰੂ ਦੇ ਨਾਮ ਨੇ ਛਡਾਉਣਾ ਹੈ ਲੇਖਾ। ਰੱਬ ਮੰਗੇਸੀਆ ਬੈਠਾ ਕੱਢ ਵਹੀ, ਉਸਨੇ ਲੇਖੇ ਵਾਲੀ ਵਹੀ ਕੱਢ ਲੈਣੀ ਹੈ, ਜਿਸ ਦੇ ਨਾਲ ਧੋਖਾ ਧੜੀ ਫਰੇਬ ਛਲ ਕੀਤਾ, ਸਾਰੇ ਤੇਰੇ ਸਾਹਮਣੇ ਅਕਾਲ ਪੁਰਖ ਜੀ ਨੇ ਰੱਖ ਦੇਣੇ ਨੇ, ਫਿਰ ਉਹਨਾਂ ਮੁਤਾਬਕ ਸਜ਼ਾ ਮਿਲੇਗੀ। ਇਸ ਲਈ ਪਾਤਸ਼ਾਹ ਜੀ ਅੰਮ੍ਰਿਤ ਬਾਣੀ ਦੁਆਰਾ ਸਮਝਾ ਰਹੇ ਨੇ, ਸਿੱਖਾ ਜੀਵਨ ਸਫਲ ਬਣਾਉਣਾ ਚਾਹਣਾ ਹੈ ਤੇ ਗੁਰੂ ਕੀ ਸਿਫਤੋ ਸਲਾਹ ਕਰ। ਰਾਜਾ ਜਾਣੈ ਸਗਲ ਰਾਜ ਹਮਰਾ, ਰਾਜੇ ਨੂੰ ਇਹ ਵੱਡਾ ਅਭਿਮਾਨ ਹੈ ਕਿ ਸਾਰਾ ਇਲਾਕਾ ਮੇਰਾ ਹੈ, ਸਾਰੇ ਇਲਾਕੇ ਦੇ ਵਿੱਚ ਰਾਜ ਮੇਰਾ ਹੈ। ਤਿਉ ਹਰਿ ਜਨ ਟੇਕ ਸੁਆਮੀ, ਜਿਵੇਂ ਇਲਾਕੇ ਦਾ ਅਭਿਮਾਨ ਕੀਤਾ, ਪਦਾਰਥਾਂ ਦਾ ਅਭਿਮਾਨ ਕੀਤਾ, ਜ਼ਮੀਨ ਜਾਇਦਾਦ ਦਾ ਅਭਿਮਾਨ ਕੀਤਾ, ਕਿਤੇ ਗੁਰੂ ਦੇ ਨਾਮ ਨੂੰ ਇਸ ਤਰ੍ਹਾਂ ਚੇਤਾ ਕਰਦਾ, ਤਿਉ ਹਰਿ ਜਨ ਤਿਵੇਂ ਉਸੇ ਤਰ੍ਹਾਂ ਹਰ ਜਨ ਟੇਕ ਸੁਆਮੀ, ਰੱਬ ਦੇ ਪਿਆਰੇ ਗੁਰਮੁਖੋ ਰੱਬ ਜੀ ਦੇ ਨਾਮ ਨੂੰ ਚੇਤਾ ਕਰਦੇ ਨੇ। ਰੱਬ ਦੇ ਪਿਆਰਿਆਂ ਨੂੰ ਰੱਬ ਤੇ ਗੁਮਾਨ ਹੈ, ਰੱਬ ਤੇ ਮਾਣ ਹੈ, ਕਿਉਂਕਿ ਸੰਸਾਰਕ ਲੋਕਾਂ ਨੂੰ ਸੰਸਾਰਕ ਪਦਾਰਥਾਂ ਤੇ ਗੁਮਾਨ, ਰੱਬ ਨੂੰ ਧਿਆਉਣ ਵਾਲਿਆਂ ਨੂੰ ਕੇਵਲ ਰੱਬ ਤੱਕ ਗੁਮਾਨ ਹੈ। ਇਸ ਲਈ ਭਾਗਾਂ ਵਾਲਿਓ ਗੁਰੂ ਨੂੰ ਚੇਤਾ ਕਰੀਏ, ਗੁਰੂ ਦੀ ਸੁਣੀਏ, ਗੁਰੂ ਦੀ ਮੰਨੀਏ, ਤਾਂ ਕਿ ਲੋਕ ਸੁਖੀਏ ਪ੍ਰਲੋਕ ਸਹੇਲੇ ਹੋ ਸਕੀਏ। ਸਤਿਗੁਰਾਂ ਦੇ ਪਾਵਨ ਹੁਕਮ ਦੀ ਅਤੇ ਸੰਖੇਪ ਜੀ ਇਤਿਹਾਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ। ਪਾਤਸ਼ਾਹ ਜੀ ਵਿਚਾਰਾਂ ਕਰਨ ਦੀ, ਬਾਣੀ ਪੜਨ ਦੀ, ਸੇਵਾ ਕਰਨ ਦੀ ਸੋਝੀ ਸਮਤ ਦੇਣ, ਹੋਈਆਂ ਭੁੱਲਾਂ ਦੀ ਖਿਮਾ। ਸੋ